फटाफट देख रहे सारे दर्शकों का स्वागत है। मैं ਤੁਹਾਡਾ ਨਾਮ ਮਨਵਿੰਦਰ ਸਿੰਘ। देश दुनिया 'ਚ ਕੀ ਕੁਝ ਰਿਹਾ ਖਾਸ ਮਨੋਰੰਜਨ ਖੇਡ ਜਗਤ ਤੇ ਕਰਾਂਗੇ ਵਪਾਰ ਦੀ ਗੱਲ। ਸਭ ਤੋਂ ਪਹਿਲਾਂ ਨਜ਼ਰ ਸੂਬਾਈ ਖਬਰਾਂ ਤੇ। ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਦੀ ਮੀਟਿੰਗ ਸੱਦੀ ਗਈ, ਜਿਸ ਦੀ ਅਗਵਾਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ। ਚੰਡੀਗੜ੍ਹ ਦੇ ਵਿੱਚ ਹੋਈ ਇਸ ਬੈਠਕ ਦੇ ਵਿੱਚ ਕਈ ਸੀਨੀਅਰ ਆਗੂ ਵੀ ਮੌਜੂਦ ਰਹੇ। ਬੈਠਕ ਦੇ ਵਿੱਚ ਹਾਰ ਦੇ ਕਾਰਨਾਂ ਤੇ ਸਮੀਖਿਆ ਵੀ ਕੀਤੀ ਗਈ। ਇਸ ਤੋਂ ਇਲਾਵਾ ਪਾਰਟੀ ਦੀ ਆਉਣ ਵਾਲੀ ਸਮੇਂ ਦੀ ਰਣਨੀਤੀ ਅਤੇ ਵੱਖ-ਵੱਖ ਮੁੱਦਿਆਂ ਤੇ ਵੀ ਚਰਚਾ ਕੀਤੀ ਗਈ ਹੈ। ਭਗਵੰਤ ਮਾਨ ਨੇ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਮੁੱਖ ਮੰਤਰੀ ਬਣਨ ਤੋਂ ਪਹਿਲਾਂ ਉਹਨਾਂ ਨੇ ਲੋਕ ਸਭਾ ਸਪੀਕਰ ਨੂੰ ਅਸਤੀਫਾ ਦੇ ਦਿੱਤਾ ਹੈ। ਇਸ ਬਾਰੇ ਭਗਵੰਤ ਮਾਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਭਗਵੰਤ ਮਾਨ 16 ਮਾਰਚ ਨੂੰ ਖਟਕੜ ਕਲਾਂ 'ਚ ਬਤੌਰ ਪੰਜਾਬ ਦੇ ਮੁੱਖ ਮੰਤਰੀ ਹਲਫ ਲੈਣਗੇ। ਇਸ ਲਈ ਉਹ ਸੰਗਰੂਰ ਤੋਂ ਸਾਂਸਦ ਦੇ ਵਜੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨੇ। ਜਲਦ ਹੀ ਸੰਗਰੂਰ ਦੇ ਵਿੱਚ ਲੋਕ ਸਭਾ ਦੀ ਜੀਵਨੀ ਚੋਣ ਹੋਵੇਗੀ। ਉੱਥੇ ਦੱਸਣਯੋਗ ਹੈ ਕਿ ਸਹੁੰ ਚੱਕ ਸਮਾਗਮ 'ਚ ਭਗਵੰਤ ਮਾਨ ਦੇ ਸ਼ਾਮਿਲ ਹੋਣ ਵਾਲਿਆਂ ਨੂੰ ਖਾਸ ਤੌਰ ਤੇ ਬਸੰਤ ਰੰਗੀ ਅਤੇ ਬਸੰਤ ਰੰਗ ਦੀਆਂ ਪੱਗਾਂ ਅਤੇ ਮਹਿਲਾਵਾਂ ਨੂੰ ਬਸੰਤੀ ਦੁਪੱਟੇ ਲੈਣ ਦੀ ਅਪੀਲ ਕੀਤੀ ਗਈ ਹੈ। ਬੇਸ਼ੱਕ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੁੱਖ ਮੰਤਰੀਆਂ ਨੇ 16 ਮਾਰਚ ਨੂੰ ਹਲਫ ਲੈਣਾ ਹੈ, ਪਰ ਇਸ ਤੋਂ ਪਹਿਲਾਂ ਹੀ ਵਿਧਾਇਕਾਂ ਦੇ ਵੱਲੋਂ ਆਪਣੇ ਹਲਕਿਆਂ ਦੇ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾ ਗਿਆ। ਜੇ ਗੱਲ ਮੋਗਾ ਦੀ ਕਰੀਏ ਤਾਂ ਇੱਥੇ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਜਿੱਤ ਦਰਜ ਕੀਤੀ ਹੈ, ਜਿਸ ਤੋਂ ਬਾਅਦ ਉਹਨਾਂ ਨੇ ਪਾਰਟੀ ਦੇ ਕੌਂਸਲਰਾਂ ਦੇ ਨਾਲ ਮਿਲ ਕੇ ਸ਼ਹਿਰ ਦੇ ਸ਼ਹੀਦੀ ਪਾਰਕ ਦੇ ਵਿੱਚ ਸਫਾਈ ਕੀਤੀ। ਇਸ ਮੌਕੇ ਵਿਧਾਇਕਾਂ ਨੇ ਖੁਦ ਝਾੜੂ ਲਗਾਇਆ ਤੇ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਵੀ ਇਸ ਮੌਕੇ ਸ਼ਾਮਿਲ ਹੋਈਆਂ। ਇਸ ਮੌਕੇ ਮੀਡੀਆ ਦੇ ਮੁਖਾਤਬ ਹੁੰਦਿਆਂ ਡਾਕਟਰ ਅਰੋੜਾ ਨੇ ਕਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਪਾਰਕ ਵਿੱਚ ਆ ਕੇ ਨਸ਼ਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਹੁਣ ਗੱਲ ਕਰ ਲੈਂਦੇ ਹਾਂ ਬਟਾਲਾ ਦੀ, ਜਿੱਥੇ ਨਵੇਂ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਨੇ ਸਥਾਨਿਕ ਸਿਵਲ ਹਸਪਤਾਲ ਦੇ ਵਿੱਚ ਅਚਨਚੇਤ ਚੈਕਿੰਗ ਕੀਤੀ। ਉੱਥੇ ਉਹਨਾਂ ਨੇ ਹਸਪਤਾਲ ਪ੍ਰਸ਼ਾਸਨ ਨਾਲ ਮੁਲਾਕਾਤ ਅਤੇ ਮਰੀਜ਼ਾਂ ਦਾ ਹਾਲ ਜਾਣਿਆ। ਇਸ ਮੌਕੇ ਮੀਡੀਆ ਨਾਲ ਰਾਬਤਾ ਕਰਦਿਆਂ ਵਿਧਾਇਕ ਨੇ ਕਿਹਾ ਹੈ ਕਿ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਉਹਨਾਂ ਦੀ ਸਰਕਾਰ ਵਚਨਬੱਧ ਹੈ। ਇਸ ਮੌਕੇ ਐਸਐਮਓ ਨੇ ਕਿਹਾ ਹੈ ਕਿ ਹਸਪਤਾਲ ਦੇ ਵਿੱਚ ਸਟਾਫ ਅਤੇ ਮਸ਼ੀਨਾਂ ਦੀ ਕਮੀ ਬਾਰੇ ਵਿਧਾਇਕਾਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਹਸਪਤਾਲ ਦੇ ਸਟਾਫ ਨੂੰ ਕਾਮਿਆਂ ਦੂਰ ਕਰਨ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਤਾਂ ਕਿ ਕਿਸੇ ਮਰੀਜ਼ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਨਾ ਪਵੇ। ਇਤਿਹਾਸਿਕ ਨਗਰੀ ਗੋਇੰਦਵਾਲ ਸਾਹਿਬ 'ਚ ਨਸ਼ੇ ਦੀ ਵਿਕਰੀ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਦੇ ਵਿੱਚ ਘਿਰੀ ਹੋਈ ਹੈ। ਇਸ ਨੂੰ ਲੈ ਕੇ ਹੁਣ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਨੌਜਵਾਨ ਗਲੀਆਂ ਵਿੱਚ ਕੁਰਸੀਆਂ ਢਾਹ ਕੇ ਨਸ਼ੇ ਦਾ ਗੋਰਖ ਧੰਦਾ ਕਰ ਰਹੇ ਸਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਲਾਕੇ ਦੇ ਵਿੱਚ ਰੇਡ ਕੀਤੀ ਅਤੇ ਪਹਿਲਾਂ ਹੀ ਸੂ ਮਿਲਣ ਤੇ ਨਸ਼ਾ ਤਸਕਰ ਉੱਥੋਂ ਭੱਜ ਗਏ। ਇਸ ਬਾਰੇ ਸਥਾਨਕ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਨਸ਼ੇ ਤੇ ਖਾਤਮੇ ਲਈ ਵਚਨਬੱਧ ਹੈ। ਇਸ ਦੇ ਨਾਲ ਹੀ ਉਹਨਾਂ ਨੇ ਨਸ਼ਾ ਤਸਕਰਾਂ ਦੇ ਨਾਲ ਮਿਲ ਕੇ ਕੰਮ ਕਰਨ ਲਈ ਪੁਲਿਸ ਅਫਸਰਾਂ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਨੇ। ਕੈਨੇਡਾ ਦੇ ਓਨਟਾਰੀਓ ਤੇ ਹਾਈਵੇ ਤੇ ਦਰਦਨਾਕ ਹਾਦਸਾ ਵਾਪਰਿਆ। ਇਸ ਦੌਰਾਨ ਟਰੱਕ ਅਤੇ ਪੈਸੇਂਜਰ ਵੈਨ ਦੀ ਟੱਕਰ ਹੋ ਗਈ ਹੈ। ਹਾਦਸੇ ਦੇ ਵਿੱਚ ਪੰਜਾਬ ਦੇ ਨਾਲ ਸੰਬੰਧਿਤ 5 ਨੌਜਵਾਨਾਂ ਦੀ ਮੌਤ ਹੋ ਗਈ ਹੈ, ਜਦਕਿ 2 ਜ਼ਖਮੀ ਦੱਸੇ ਜਾ ਰਹੇ ਨੇ। ਇਹ ਸਾਰੀ ਸਟੱਡੀ ਵੀਜ਼ਾ ਤੇ ਕੈਨੇਡਾ ਗਏ ਸਨ ਅਤੇ ਮੌਂਟਰੀਅਲ ਤੋਂ ਪੇਪਰ ਦੇਣ ਤੋਂ ਬਾਅਦ ਵਾਪਸ ਆ ਰਹੇ ਸਨ। ਹਾਦਸੇ ਦੀ ਖਬਰ ਮਿਲਣ ਤੋਂ ਬਾਅਦ ਪਰਿਵਾਰ 'ਚ ਸੋਗ ਦੀ ਲਹਿਰ ਹੈ। ਕੈਨੇਡਾ ਦੇ ਬਰੈਂਪਟਨ ਸ਼ਹਿਰ ਦੇ ਵਿੱਚ ਹੋਏ ਸੜਕ ਹਾਦਸੇ ਦੇ ਵਿੱਚ ਬਟਾਲਾ ਦੇ ਨੇੜਲੇ ਪਿੰਡ ਅਮਨੋਰ ਨੰਗਲ ਦੇ ਵਿੱਚ 22 ਸਾਲਾ ਕਰਨਪਾਲ ਸਿੰਘ ਦੀ ਮੌਤ ਹੋ ਗਈ ਹੈ। ਪਰਿਵਾਰ ਵਾਲੇ ਨੇ ਦੱਸਿਆ ਕਿ ਕਰਨਪਾਲ ਪਿਛਲੇ ਵਰੇ ਸਟੂਡੈਂਟ ਵੀਜ਼ਾ ਦੇ ਕੈਨੇਡਾ ਗਿਆ ਸੀ ਅਤੇ ਬੀਤੀ ਰਾਤ ਉਸ ਦੀ ਕਾਰ ਦੀ ਟਰਾਲੇ ਨਾਲ ਟੱਕਰ ਹੋ ਗਈ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਹਨਾਂ ਦੇ ਬੇਟੇ ਦੀ ਮ੍ਰਿਤਕ ਦੇਹ ਨੂੰ ਵਾਪਸ ਪੰਜਾਬ ਲਿਆਂਦਾ ਜਾਵੇ। ਸੁਨੀਲ ਜਾਖੜ ਨੇ ਟਵੀਟ ਕਰਕੇ ਅੰਬਿਕਾ ਸੋਨੀ ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਨੇ ਟਵੀਟ ਕਰਕੇ ਕਿਹਾ ਹੈ ਕਿ ਚਰਨਜੀਤ ਚੰਨੀ ਅੰਬਿਕਾ ਸੋਨੀ ਲਈ ਖਜ਼ਾਨਾ ਹੋ ਸਕਦੇ ਨੇ। ਪਾਰਟੀ ਦੇ ਲਈ ਚੰਨੀ ਇੱਕ ਬੋਝ ਬਣ ਕੇ ਰਹਿ ਗਏ ਨੇ। ਜਾਖੜ ਨੇ ਚੰਨੀ ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਚੰਨੀ ਨੇ ਲਾਲਚ ਦੇ ਨਾਲ ਹੀ ਪਾਰਟੀ ਨੂੰ ਡੋਬਿਆ ਹੈ।
ਲੁਧਿਆਣਾ ਦੇ ਓਮੈਕਸ ਗਰੁੱਪ ਦੇ ਟਿਕਾਣਿਆਂ ਤੇ ਛਾਪੇਮਾਰੀ ਹੋਈ ਹੈ। ਓਮੈਕਸ ਰੈਜ਼ੀਡੈਂਸ ਵਿੱਚ ਇਨਕਮ ਟੈਕਸ ਦੀ ਰੇਡ ਪਈ ਹੈ। ਰੇਡ ਟੀਮ ਦੇ ਨਾਲ ਨੀਮ ਫੌਜੀ ਦਸਤੇ ਵੀ ਤਾਇਨਾਤ ਕੀਤੇ ਗਏ ਨੇ। ਦੱਸ ਦਈਏ ਕਿ ਵਿਭਾਗ ਦੇ ਅਧਿਕਾਰੀਆਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕੀਤਾ। ਕੇਂਦਰ ਸਰਕਾਰ ਨੇ ਸਿੱਖ ਭਾਈਚਾਰੇ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਸਿੱਖ ਕਰਮੀ ਡਿਊਟੀ ਦੌਰਾਨ ਕਿਰਪਾਨ ਪਹਿਨ ਸਕਣਗੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਸਿਰਸਾ ਨੇ ਟਵੀਟ ਕਰਕੇ ਕਿਹਾ ਕਿ ਸਿੱਖ ਕਾਮਿਆਂ ਨੂੰ ਡਿਊਟੀ ਦੌਰਾਨ ਹਵਾਈ ਅੱਡੇ ਤੇ ਕਿਰਪਾਨ ਲਿਜਾਣ 'ਚ ਪਾਬੰਦੀ ਤੇ ਤਬਦੀਲੀ ਕੀਤੀ ਗਈ ਹੈ। ਸੋਧ ਕਰਦੇ ਹੋਏ ਪਾਬੰਦੀ ਹਟਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਿਰਸਾ ਨੇ ਪੀਐਮ ਨਰਿੰਦਰ ਮੋਦੀ ਨੂੰ ਇਸ ਮਾਮਲੇ ਤੇ ਤੁਰੰਤ ਕਾਰਵਾਈ ਕਰਨ ਲਈ ਧੰਨਵਾਦ ਵੀ ਕੀਤਾ। ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਘਰੇਲੂ ਉਡਾਨਾਂ 'ਚ ਸਫ਼ਰ ਦੌਰਾਨ 9 ਇੰਚ ਤੱਕ ਦੀ ਕਿਰਪਾਨ ਪਹਿਨ ਸਕਣਗੇ ਅਤੇ ਸਫ਼ਰ ਦੌਰਾਨ 6 ਇੰਚ ਤੋਂ ਵੱਡੇ ਬਲੇਡ ਨਹੀਂ ਹੋਣੇ ਚਾਹੀਦੇ। ਦੱਸਣਯੋਗ ਹੈ ਕਿ ਹਾਲ ਹੀ ਦੇ ਵਿੱਚ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਸਿੱਖ ਕਰਮੀਆਂ ਨੂੰ ਕਿਰਪਾਨ ਪਹਿਨਣ ਤੇ ਰੋਕ ਲਗਾ ਦਿੱਤੀ ਸੀ। ਉਧਰ ਦੂਜੇ ਪਾਸੇ ਅੰਮ੍ਰਿਤਸਰ 'ਚ ਰੋਡ ਸ਼ੋਅ ਨੂੰ ਆਮ ਆਦਮੀ ਪਾਰਟੀ ਘਿਰਦੀ ਨਜ਼ਰ ਆ ਰਹੀ ਹੈ। ਵਿਰੋਧੀ ਦੇ ਵੱਲੋਂ ਨਿਸ਼ਾਨੇ ਸਾਧੇ ਜਾ ਰਹੇ ਨੇ ਕਿ ਭਾਜਪਾ ਆਗੂ ਅਨਿਲ ਸ਼ਰੀਨ ਤੋਂ ਬਾਅਦ ਹੁਣ ਮਨਜਿੰਦਰ ਸਿਰਸਾ ਨੇ ਮਾਨ ਤੇ ਸ਼ਬਦੀ ਵਾਰ ਕੀਤੇ ਨੇ। ਉਹਨਾਂ ਨੇ ਕਿਹਾ ਕਿ ਆਪ ਦੇ ਮਨਸੂਬੇ ਜੰਗ ਜ਼ਾਹਰ ਹੋ ਗਏ ਹਨ। ਆਪ ਵੱਲੋਂ ਅੰਮ੍ਰਿਤਸਰ 'ਚ ਰੋਡ ਸ਼ੋਅ ਤੇ 57 ਲੱਖ ਦਾ ਖਰਚਾ ਕੀਤਾ ਗਿਆ। ਇਸ ਤੋਂ ਇਲਾਵਾ ਸੋਚ ਸਮਾਗਮ ਤੇ ਵੀ ਕਰੋੜਾਂ ਖਰਚੇ ਜਾ ਰਹੇ ਨੇ। ਰਾਮਪੁਰਾ ਫੁੱਲ ਦੇ ਜਿਮ ਵਿੱਚ ਬਾਡੀ ਬਿਲਡਿੰਗ ਦੇ ਮੁਕਾਬਲੇ ਲਈ ਨਵਾਂ ਮਿਸਟਰ ਪੰਜਾਬ ਚੁਣਿਆ ਗਿਆ ਹੈ। ਇਸ ਮੁਕਾਬਲੇ ਦੇ ਵਿੱਚ ਪੰਜਾਬ ਭਰ ਦੇ ਬਾਡੀ ਬਿਲਡਰਾਂ ਨੇ ਭਾਗ ਲਿਆ ਤੇ 60 ਕਿਲੋ ਤੋਂ 9 ਕਿਲੋ ਵਰਗ ਤੱਕ ਦੇ ਬਾਡੀ ਬਿਲਡਰਾਂ ਨੇ ਭਾਗ ਲਿਆ ਤੇ ਉਹਨਾਂ ਨੇ ਆਪਣੇ ਜੋਹਰ ਦਿਖਾਏ। ਇਸ ਮੈਚ ਵਿੱਚ ਓਵਰਆਲ ਚੈਂਪੀਅਨ ਲੁਧਿਆਣੇ ਦਾ ਮਿਸਟਰ ਟੋਨੂ ਬਣਿਆ ਹੋਇਆ ਹੈ। ਉਸ ਨੂੰ ਮਿਸਟਰ ਪੰਜਾਬ ਚੁਣਿਆ ਗਿਆ ਹੈ। ਟੋਨੂ ਨੇ ਦੱਸਿਆ ਹੈ ਕਿ ਉਹ 5 ਸਾਲਾਂ ਤੋਂ ਆਪਣਾ ਸਰੀਰ ਬਣਾ ਰਿਹਾ ਹੈ ਅਤੇ ਅੱਜ ਉਸਨੇ ਇਹ ਮੁਕਾਮ ਹਾਸਿਲ ਕੀਤਾ ਹੈ। ਬਿਆਸ ਦੇ ਇੱਕ ਪਿੰਡ ਵਿਖੇ 14 ਸਾਲਾਂ ਦੀ ਨਾਬਾਲਿਗ ਲੜਕੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ 2 ਔਰਤਾਂ ਦੇ ਵੱਲੋਂ ਇਸ ਬੱਚੀ ਨੂੰ 1000 ਰੁਪਏ ਦੇ ਬਦਲੇ ਵੇਚ ਦਿੱਤਾ ਗਿਆ ਸੀ। ਉੱਥੇ ਪੁਲਿਸ ਵੱਲੋਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਤੇ ਵੱਖ-ਵੱਖ ਧਾਰਾ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ। ਪੰਜਾਬ ਤੋਂ ਚੁਣੇ ਗਏ ਰਾਜ ਸਭਾ ਦੇ 5 ਮੈਂਬਰਾਂ ਦੇ ਅਹੁਦੇ ਦੇ ਮਿਆਦ ਅਪ੍ਰੈਲ 2022 ਨੂੰ ਖਤਮ ਹੋਣ ਵਾਲੀ ਹੈ। ਇਸ ਲਈ ਭਾਰਤੀ ਚੋਣ ਕਮਿਸ਼ਨ ਦੇ ਵੱਲੋਂ 5 ਸੀਟਾਂ ਤੇ ਰਾਜ ਸਭਾ ਚੋਣਾਂ ਦਾ ਐਲਾਨ ਕੀਤਾ ਗਿਆ ਤੇ ਚੋਣਾਂ ਲਈ ਨਾਮਜ਼ਦਗੀਆਂ ਆਰੰਭ ਹੋ ਗਈਆਂ ਹਨ, ਜਦਕਿ ਨਾਮਜ਼ਦ ਪੱਤਰ ਭਰਨ ਦੀ ਆਖਰੀ ਮਿਤੀ 21 ਮਾਰਚ 2022 ਹੈ। ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਮਿਤੀ 24 ਮਾਰਚ ਨਿਰਧਾਰਿਤ ਕੀਤੀ ਗਈ ਹੈ। ਵੋਟਾਂ ਪੈਣ ਦੇ ਕਾਰਜ 31 ਮਾਰਚ ਨੂੰ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਹੁਣ ਇੱਕ ਨਜ਼ਰ ਰਾਸ਼ਟਰੀ ਖਬਰਾਂ ਤੇ। ਖਬਰ ਅੰਬਾਲਾ ਤੋਂ, ਜਿੱਥੇ ਭਾਜਪਾ ਆਈਟੀ ਸੈੱਲ ਦੇ ਮੁਖੀ ਵਿਕਰਮ ਸਿੰਘ ਨੇਗੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਮੌਤ ਉਸ ਵੇਲੇ ਹੋਈ ਜਦੋਂ ਉਸਦੇ ਪਰਿਵਾਰਕ ਮੈਂਬਰ ਅੰਮ੍ਰਿਤਸਰ ਗਏ ਸਨ। ਮੌਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੌਤ ਹੋਣ ਤੇ ਹਰ ਪਹਿਲੂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮੱਧ ਪ੍ਰਦੇਸ਼ ਦੇ ਵਿੱਚ ਸ਼ਰਾਬਬੰਦੀ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਮੈਦਾਨ ਦੇ ਵਿੱਚ ਨਿੱਤਰ ਆਏ ਨੇ। ਉਹਨਾਂ ਨੇ ਭੋਪਾਲ ਦੇ BHEL ਇਲਾਕੇ 'ਚ ਆਜ਼ਾਦ ਨਗਰ 'ਚ ਸਥਿਤ ਸ਼ਰਾਬ ਦੇ ਠੇਕੇ ਤੇ ਪੱਥਰ ਮਾਰ ਕੇ ਬੋਤਲਾਂ ਭੰਨ ਦਿੱਤੀਆਂ। ਉਹਨਾਂ ਸ਼ਰਾਬ ਦੀ ਦੁਕਾਨਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ। ਪਿਛਲੇ ਦਿਨੀ ਉਹਨਾਂ ਨੇ ਕਿਹਾ ਸੀ ਕਿ ਉਹ ਸ਼ਰਾਬ ਦੇ ਠੇਕਿਆਂ ਦੇ ਸਾਹਮਣੇ ਖੜੀ ਹੋ ਕੇ ਲੋਕਾਂ ਤੋਂ ਪੁੱਛੇਗੀ ਕਿ ਉਹ ਖੇਤਰ 'ਚ ਦੁਕਾਨ ਚਾਹੁੰਦੇ ਹਨ ਜਾਂ ਨਹੀਂ। ਉਹਨਾਂ ਕਿਹਾ ਕਿ ਸ਼ਰਾਬ ਦੀ ਨਵੀਂ ਨੀਤੀ ਆਉਣੀ ਚਾਹੀਦੀ ਹੈ, ਇਸ ਲਈ ਇਹ ਮਹੀਨੇ ਮੀਡੀਆ ਦੇ ਸਾਹਮਣੇ ਫਿਰ ਆਪਣੀ ਗੱਲ ਰੱਖਣਗੇ। ਦਿੱਲੀ ਦੇ ਵਿੱਚ ਇੱਕ ਲੋਕਲ ਯਾਤਰੀ ਰੇਲ ਦੇ
ਇੱਕ ਡੱਬੇ ਦੇ ਵਿੱਚ ਰੱਖੇ ਲਵਾਰਿਸ਼ ਬੈਗ ਦੇ ਸੋਮਵਾਰ ਨੂੰ ਅੱਗ ਲੱਗ ਗਈ। ਪੁਲਿਸ ਨੇ ਦੱਸਿਆ ਕਿ ਕੁਰੂਕਸ਼ੇਤਰ ਹਜ਼ਰਤ ਨਿਜ਼ਾਮੁਦੀਨ ਯਾਤਰਾ ਰੇਲਵੇ ਤੇ ਡੱਬੇ 'ਚ ਅੱਗ ਲੱਗਣ ਦੀ ਸੂਚਨਾ 10:30 ਵਜੇ ਮਿਲੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਲਾਲ ਰੰਗ ਦੀ ਥੈਲੀ ਅਤੇ ਇੱਕ ਛੋਟੇ ਕੰਟੇਨਰ ਦੇ ਨਾਲ ਇੱਕ ਬੈਗ ਰੇਲ ਦੇ ਡੱਬੇ ਦੇ ਵਿੱਚ ਰੱਖਿਆ ਗਿਆ ਸੀ। ਉਹਨਾਂ ਦੱਸਿਆ ਕਿ ਥੈਲੇ ਦੇ ਵਿੱਚ ਅੱਗ ਲੱਗ ਗਈ। ਤੇ ਹੁਣ ਰੁਕ ਕਰ ਲੈਂਦੇ ਆ ਅੰਤਰਰਾਸ਼ਟਰੀ ਖਬਰਾਂ ਤੇ। ਯੂਕਰੇਨ 'ਚ ਹਮਲੇ ਕਾਰਨ ਅਮਰੀਕੀ ਸਮੇਤ ਕਈ ਦੇਸ਼ਾਂ ਨੇ ਰੂਸ ਤੇ ਪਾਬੰਦੀਆਂ ਲਗਾ ਦਿੱਤੀਆਂ ਨੇ। ਇਸ ਕਾਰਨ ਰੂਸ 'ਚ ਲਗਾਤਾਰ ਅੱਧਾ ਸੋਨਾ ਅਤੇ ਵਿਦੇਸ਼ ਮੁਦਰਾ ਭੰਡਾਰ ਜ਼ਬਤ ਹੋ ਗਿਆ। ਜੇ ਸਮੇਂ ਰੂਸ ਲਗਭਗ ਢਹਿ ਹੋ ਚੁੱਕਿਆ ਹੈ। ਅਰਥ ਵਿਵਸਥਾ ਨੂੰ ਮੁੜ ਸੁਰਜੀਤ ਕਰਨ ਦੇ ਲਈ ਚੀਨ ਵੱਲ ਵੇਖ ਰਿਹਾ ਹੈ। ਅਮਰੀਕਾ, ਬ੍ਰਿਟੇਨ ਅਤੇ ਯੂਰਪੀ ਸੰਘ ਨੇ ਧਮਕੀ ਦਿੱਤੀ ਹੈ ਕਿ ਜੇਕਰ ਰੂਸੀ ਰਾਸ਼ਟਰਪਤੀ ਪੁਤਿਨ ਨੇ ਯੂਕਰੇਨ ਤੇ ਫੌਜੀ ਕਾਰਵਾਈ ਬੰਦ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ 'ਚ ਪਾਬੰਦੀਆਂ ਦਾ ਪੱਧਰ ਹੋਰ ਵਧਾ ਦਿੱਤਾ ਜਾਵੇਗਾ। ਓਨਟਾਰੀਓ ਦੇ ਸਿੱਖ ਮੋਟਰਸਾਈਕਲ ਕਲੱਬ ਦੇ ਵੱਲੋਂ ਨਾਨਕਸ਼ਾਹੀ ਨਵੇਂ ਸਾਲ ਦੀ ਆਮਦ ਤੇ ਸਰਬੱਤ ਦੇ ਭਲੇ ਦੇ ਲਈ ਮਿਸਿਆਗਾ ਦੇ ਵਿੱਚ ਡਿਕਸੀ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਅਤੇ ਸਹਿਜ-ਪਾਠ ਦਾ ਭੋਗ ਪਾਇਆ ਗਿਆ। ਇਸ ਮੌਕੇ ਕਲੱਬ ਵਿੱਚ ਸ਼ਾਮਲ ਹੋਣ ਵਾਲੇ ਨਵੇਂ ਮੈਂਬਰਾਂ ਦਾ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ। ਕਲੱਬ ਦੇ ਸਰਪ੍ਰਸਤ ਇੰਦਰਜੀਤ ਸਿੰਘ ਜਗਰਾਓ ਦੇ ਵੱਲੋਂ ਨਵੇਂ ਰਾਉਂਡ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸਾਰਿਆਂ ਦੀ ਚੜ੍ਹਦੀ ਕਲਾ ਤੇ ਅਰਦਾਸ ਕਰਦਿਆਂ ਕਲੱਬ ਦੇ ਵੱਲੋਂ ਨੇੜਲੇ ਭਵਿੱਖ ਦੇ ਵਿੱਚ ਕੀਤੇ ਜਾਣ ਵਾਲੇ ਕੰਮਾਂ ਤੇ ਚਰਚਾ ਕੀਤੀ ਗਈ ਹੈ। ਇਸ ਮੌਕੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਵੱਲੋਂ ਵੀ ਕਲੱਬ ਨੂੰ ਵਧਾਈ ਸੰਦੇਸ਼ ਦਿੱਤੇ ਗਿਆ। ਉੱਤਰੀ ਚੀਨ ਦੇ ਇੱਕ ਖੇਤਰ ਦੇ ਵਿੱਚ ਰਸਾਇਣਿਕ ਪਲਾਂਟ ਦੇ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬਾਊਟ ਸ਼ਹਿਰ ਵਿੱਚ ਸਥਿਤ ਪਲਾਟ ਵਿੱਚ ਤੜਕੇ 2:08 ਤੇ ਅੱਗ ਲੱਗ ਗਈ ਸੀ। ਕਰੀਬ 1 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਵਪਾਰ ਜਗਤ 'ਚ ਕਿਹੜੇ ਰਹੇ ਉਤਾਰ ਚੜਾਵ, ਕਿਸ ਨੂੰ ਹੋਇਆ ਫਾਇਦਾ, ਕਿਸ ਦਾ ਹੋਇਆ ਨੁਕਸਾਨ, ਜਾਣਦੇ ਹਾਂ ਬਿਜ਼ਨਸ ਨਿਊਜ਼ ਦੇ ਵਿੱਚ। ਐਕਸਪੋ 2020 ਦੁਬਈ UAE ਦੁਨੀਆ ਭਰ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਕਤੂਬਰ 2021 ਨੂੰ ਸ਼ੁਰੂ ਹੋਈਆਂ ਐਕਸਪੋ 2020 ਦੀ ਇਹ ਆਖਰੀ ਮਹੀਨਾ ਹੈ। 31 ਮਾਰਚ 2022 ਨੂੰ ਖਤਮ ਹੋਣ ਜਾ ਰਹੇ ਇਸ ਐਕਸਪੋ ਦੇ ਵਿੱਚ 162 ਦੇਸ਼ਾਂ ਨੇ ਹਿੱਸਾ ਲਿਆ। ਦੱਸ ਦਈਏ ਕਿ 4.38 ਸਕੁਆਇਰ ਕਿਲੋਮੀਟਰ ਏਰੀਆ ਦੇ ਵਿੱਚ ਫੈਲੀ ਐਕਸਪੋ ਸਾਈਟ ਨੂੰ ਤਿਆਰ ਕਰਨ ਦੇ ਵਿੱਚ ਸਖਤ ਮਿਹਨਤ ਲੱਗੀ ਹੈ। ਤਕਰੀਬਨ 2 ਲੱਖ ਵਰਕਰਾਂ ਨੇ ਮਿਲ ਕੇ ਇਸ ਨੂੰ ਤਿਆਰ ਕੀਤਾ ਹੈ। UAE ਸਰਕਾਰੀ ਐਕਸਪੋ ਨੂੰ ਹੋਸਟ ਕਰਨ ਦੇ ਨਾਲ-ਨਾਲ ਦੁਨੀਆ ਦੇ ਸਾਹਮਣੇ ਇੱਕ ਮਿਸਾਲ ਵੀ ਕਾਇਮ ਕਰਨਾ ਚਾਹੁੰਦੀ ਸੀ। ਥੋਕ ਮਹਿੰਗਾਈ ਜਨਵਰੀ ਦੇ ਵਿੱਚ 12% ਤੋਂ ਫਰਵਰੀ ਦੇ ਵਿੱਚ ਵੱਧ ਕੇ 13.11% ਤੇ ਪਹੁੰਚ ਗਈ ਹੈ। ਵੱਧਦੀ ਮਹਿੰਗਾਈ ਭਾਰਤੀ ਰਿਜ਼ਰਵ ਬੈਂਕ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਦੀ ਬੈਠਕ ਅਗਲੇ ਮਹੀਨੇ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ 16 ਮਾਰਚ ਨੂੰ ਅਮਰੀਕੀ ਫੈਡਰਲ ਰਿਜ਼ਰਵ ਵਿਆਜ ਦਰ ਨੂੰ ਲੈ ਕੇ ਵੱਡਾ ਫੈਸਲਾ ਲੈ ਸਕਦਾ ਹੈ। ਮਹਿੰਗਾਈ ਵਧਣ ਕਾਰਨ ਰਿਜ਼ਰਵ ਬੈਂਕ ਨੇ ਨੀਤੀ ਦੇ ਵਿੱਚ ਬਦਲਾਅ ਕੀਤਾ ਹੈ। ਜਨਵਰੀ 'ਚ ਥੋਕ ਮਹਿੰਗਾਈ ਦਰ 12.96% ਅਤੇ ਦਸੰਬਰ 2021 'ਚ 13.56% ਸੀ। ਨਵੰਬਰ 'ਚ ਇਹ ਮਹਿੰਗਾਈ ਦਰ 14.23% ਸੀ। ਇਹ ਲਗਭਗ 11ਵੇਂ ਮਹੀਨਾ ਹੈ ਜਦੋਂ ਮਹਿੰਗਾਈ ਦਰ ਦੋਹਰੇ ਅੰਕਾਂ ਵਿੱਚ ਰਹੀ ਹੈ। ਹੁਣ ਇੱਕ ਨਜ਼ਰ ਬਾਲੀਵੁੱਡ ਗੱਪਸ਼ਪ ਦੇ ਵੱਲ। ਬਾਲੀਵੁੱਡ ਅਦਾਕਾਰ ਕੈਟਰੀਨਾ ਕੈਫ ਇੰਨੀ ਦਿਨੀ ਆਪਣੀ ਆਗਾਮੀ ਫਿਲਮ ਟਾਈਗਰ 3 ਕਰਨ ਚਰਚਾ 'ਚ ਹੈ। ਉਸਨੇ ਕੁਝ ਸਮਾਂ ਪਹਿਲਾਂ ਫਿਲਮ 'ਚ ਆਪਣਾ ਸ਼ੈਡਿਊਲ ਪੂਰਾ ਕੀਤਾ ਹੈ। ਕੰਮ ਤੋਂ ਸਮਾਂ ਕੱਢਣ ਤੋਂ ਬਾਅਦ ਕੈਟਰੀਨਾ ਹਾਲ ਹੀ ਦੇ ਵਿੱਚ ਇੱਕ ਇਵੈਂਟ ਦੇ ਵਿੱਚ ਦਿਖੀ ਹੈ। ਉਹ ਨਾਇਕਾ ਦੇ ਇਵੈਂਟ ਦੇ ਵਿੱਚ ਪਹੁੰਚੀ ਸੀ, ਜਿੱਥੇ ਉਸ ਦਾ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਫੈਸ਼ਨ ਡਿਜ਼ਾਈਨਰ ਪੰਕਜ ਜੌਹਲ ਨੇ ਕੈਟਰੀਨਾ ਨਾਲ ਇਵੈਂਟ ਤੋਂ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ। ਉਸ ਦੀ ਇਸ ਤਸਵੀਰ ਨੂੰ ਕਈ ਸਾਰੇ ਫੈਨ ਪੇਜਾਂ ਤੇ ਵਾਇਰਲ ਕੀਤਾ ਜਾ ਰਿਹਾ ਹੈ ਤਾਂ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੀ ਖੂਬ ਪ੍ਰਸ਼ੰਸਾ ਕਰ ਰਹੇ ਨੇ। ਸਾਊਥ ਫਿਲਮ ਅਦਾਕਾਰ ਕਾਜਲ ਅਗਰਵਾਲ ਪ੍ਰੈਗਨੈਂਸੀ ਦੇ ਤੀਜੇ ਟ੍ਰਾਈਮੈਸਟਰ ਤੇ ਹੈ ਅਤੇ ਜਲਦ ਹੀ ਆਪਣੇ ਘਰ 'ਚ ਇੱਕ ਨੰਨੀ ਮਹਿਮਾਨ ਨੂੰ ਲੈ ਕੇ ਆਉਣ ਵਾਲੀ ਹੈ। ਇਸ ਤੋਂ ਪਹਿਲਾਂ ਅਦਾਕਾਰਾ ਨੇ ਹਾਲ ਹੀ ਦੇ ਵਿੱਚ ਆਪਣੇ ਪਤੀ ਦੇ ਨਾਲ ਮੈਟਰਨਿਟੀ ਫੋਟੋ ਸ਼ੂਟ ਕਰਵਾਇਆ।
ਖਾਸ ਗੱਲ ਇਹ ਹੈ ਕਿ ਫੋਟੋ ਸ਼ੂਟ 'ਚ ਅਦਾਕਾਰ ਆਪਣੇ ਪਹਿਲੇ ਬੱਚੇ ਨੂੰ ਫਿਲਮੀ ਫੋਟੋ ਦੇ ਨਾਲ ਲਿਆਉਣ ਨਹੀਂ ਭੁੱਲੀ। ਅਦਾਕਾਰ ਨੇ ਇਹ ਬੇਹੱਦ ਪਿਆਰੀ ਫੋਟੋ ਸ਼ੂਟ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ। ਹਿੰਦੀ ਸਟਾਰ ਅਤੇ ਰਾਜਨੇਤਾ ਰਾਜ ਬੱਬਰ ਦੀ ਧੀ ਫਿਲਮ ਸਟਾਰ ਜੂਹੀ ਬੱਬਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਇਸ ਮੌਕੇ ਉਹਨਾਂ ਨਾਲ ਵਰੁਣਦੀਪ ਸਿੰਘ ਬਮਰਾ ਅਤੇ ਰਵਿੰਦਰ ਬਮਰਾ ਵੀ ਮੌਜੂਦ ਸਨ। ਇਸ ਮੌਕੇ ਜੂਹੀ ਬੱਬਰ ਨੇ ਕਿਹਾ ਕਿ ਵਾਹਿਗੁਰੂ ਘਰ ਆ ਕੇ ਅਲੌਕਿਕ ਸ਼ਾਂਤੀ ਮਿਲਦੀ ਹੈ ਤੇ ਗੁਰੂ ਦੇ ਚਰਨਾਂ ਦੇ ਵਿੱਚ ਪਰਿਵਾਰ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ। ਤੇ ਹੁਣ ਰੁਕ ਕਰਦੇ ਹਾਂ ਖੇਡ ਦੇ ਮੈਦਾਨ ਵੱਲ। ਵਿਨੀ ਯਸ਼ਿਕਾ ਤੇ ਵਿਧੀ ਸਮੇਤ 6 ਭਾਰਤੀ ਜੂਨੀਅਰ ਮੁੱਕੇਬਾਜ਼ੀ ਦੇ ਜਾਰਡਨ ਦੇ ਅਮਾਨ ਵਿੱਚ 2022 ASBC ਏਸ਼ੀਆ ਯੂਥ ਦੇ ਜੂਨੀਅਰ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨਾ ਤਗਮਾ ਜਿੱਤ ਚੁੱਕੇ ਨੇ। ਫਲਾਈਵੇਟ 50 ਕਿਲੋਗ੍ਰਾਮ ਦੇ ਫਾਈਨਲ ਦੇ ਵਿੱਚ ਹਿਸਾਰ ਦੀ ਵਿਨੀ ਨੇ ਕਜ਼ਾਕਿਸਤਾਨ ਦੀ ਖਿਡਾਰਨ ਨੂੰ ਸਰਵਸੰਮਤੀ ਦੇ ਨਾਲ 5-0 ਦੇ ਨਾਲ ਹਰਾਇਆ। ਯਕਸ਼ਿਕਾ ਨੇ ਉਜ਼ਬੇਕਿਸਤਾਨ ਤੋਂ ਪਿਛੜਨ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਦਿਆਂ ਹੋਇਆਂ 4-1 ਨਾਲ ਜਿੱਤ ਦਰਜ ਕੀਤੀ ਹੈ। ਚੇਨਈ ਸੁਪਰ ਕਿੰਗਸ ਦੇ CEO ਨੇ ਕਿਹਾ ਹੈ ਕਿ ਟੀਮ ਪ੍ਰਬੰਧਕ ਨੂੰ ਅਜੇ ਵੀ ਆਪਣੇ ਅਹਿਮ ਖਿਡਾਰੀਆਂ ਰਿਤੂਰਾਜ ਅਤੇ ਦੀਪਕ ਚਾਹਰ ਦੀ ਫਿਟਨੈਸ ਤੇ ਅਪਡੇਟ ਦਾ ਇੰਤਜ਼ਾਰ ਹੈ। ਇਹਨਾਂ ਦੋਨਾਂ ਨੂੰ ਪਿਛਲੇ ਮਹੀਨੇ ਵੈਸਟ ਇੰਡੀਜ਼ ਦੇ ਖਿਲਾਫ ਸੀਮਿਤ ਓਵਰਾਂ ਦੀ ਸੀਰੀਜ਼ ਦੇ ਦੌਰਾਨ ਸੱਟ ਲੱਗੀ ਸੀ। ਰਿਤੂਰਾਜ ਦੇ ਹੱਥ ਤੇ ਵਿੱਚ ਸੱਟ ਲੱਗ ਗਈ ਹੈ ਜਦਕਿ ਚਾਹਰ ਦੀ ਪੈਰ ਦੀਆਂ ਮਾਸਪੇਸ਼ੀਆਂ ਦੇ ਵਿੱਚ ਸੱਟ ਹੈ, ਜਿਸ ਕਾਰਨ ਉਹਨਾਂ ਨੂੰ ਘੱਟੋ-ਘੱਟ 6 ਤੋਂ 8 ਹਫ਼ਤੇ ਤੱਕ ਦੀ ਖੇਡ ਤੋਂ ਬਾਹਰ ਕੱਢ ਦਿੱਤਾ ਗਿਆ। ਸੰਭਾਵਨਾ ਹੈ ਕਿ ਚਾਲ IPL ਦੇ ਸ਼ੁਰੂਆਤੀ ਪੜਾਅ 'ਚ ਨਹੀਂ ਖੇਡ ਸਕਦੇ। ਦਰਸ਼ਕਾਂ ਦੇ ਅਪਸ਼ਬਦਾਂ ਤੋਂ ਪਰੇਸ਼ਾਨ ਸਟਾਰ ਖਿਡਾਰੀ ਨਿਓਮੀ ਓਸਾਕਾ ਨੂੰ BNP ਪਰਿਵਾਸ ਓਪਨ ਟੈਨਿਸ ਟੂਰਨਾਮੈਂਟ ਦੇ ਵਿੱਚ ਦੂਜੇ ਦੌਰ ਦੇ ਵਿੱਚ ਰੂਸ ਦੀ ਖਿਡਾਰਨ ਦੇ ਵਿਰੁੱਧ ਹਾਰ ਦਾ ਸਾਹਮਣਾ ਕਰਨਾ ਪਿਆ। ਓਸਾਕਾ ਨੂੰ ਪਹਿਲੇ ਪੜਾਅ ਮੁਕਾਬਲੇ ਵਿੱਚ ਸਿੱਧੇ ਸੈੱਟ ਦੇ ਵਿੱਚ 6-0 6-4 ਨਾਲ ਹਾਰ ਝੱਲਣੀ ਪਈ। ਸਮਾਂ ਪਹਿਲੇ ਸੈੱਟ ਦੇ ਵਿੱਚ ਜਦੋਂ ਪਿੱਛੇ ਚੱਲ ਰਹੀ ਸੀ ਤਾਂ ਇੱਕ ਮਹਿਲਾ ਦਰਸ਼ਕ ਨੇ ਉਸ ਨੂੰ ਸਟੈਂਡ ਤੋਂ ਅਪਸ਼ਬਦ ਬੋਲੇ। ਜਾਪਾਨ ਦੀ ਖਿਡਾਰੀ ਓਸਾਕਾ ਇਸ ਤੋਂ ਬਾਅਦ ਚੇਅਰ ਅੰਪਾਇਰ ਦੇ ਕੋਲ ਪਹੁੰਚੀ ਤਾਂ ਉਸ ਨੂੰ ਕਾਰਵਾਈ ਕਰਨ ਲਈ ਕਿਹਾ, ਪਰ ਅੰਪਾਇਰ ਨੇ ਕਿਹਾ ਕਿ ਕਾਰਵਾਈ ਨਹੀਂ ਕੀਤੀ ਜਾ ਸਕਦੀ। ਫਟਾਫਟ ਸੋਚ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।